मोहाली नगर निगम ਦੀਆਂ ਚੋਣਾਂ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੀ ਪ੍ਰਧਾਨਗੀ ਪੰਜਾਬ ਦੇ ਸਿਹਤ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ ਨੇ ਕੀਤੀ। ਉਹਨਾਂ ਨੇ ਕਿਹਾ ਕਿ 50 ਕੌਂਸਲਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਤੇ ਸਭ ਦੀ ਜਿੱਤ ਯਕੀਨੀ ਹੈ। ਸਿੱਧੂ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 10 ਸਾਲਾਂ 'ਚ ਕੋਈ ਵਿਕਾਸ ਨਹੀਂ ਕੀਤਾ, ਇਸੇ ਕਰਕੇ मोहाली हल्का पिछड़ रह गया, पर कांग्रेस की सरकार विकास ਲਈ वचनबद्ध है। सवेरे सवेरे पूरे टाइम ते ਅਸੀਂ आम तौर ਤੇ देखा भी पत्रकार भी इकट्ठे घट ਹੁੰਦੇ ਸੀ, ਛੇਤੀ टाइम ਦੇ ਦਿੰਦੇ ਸੀ। ਅੱਜ ਅਸੀਂ ਥੋੜੇ ਲੇਟ ਆ ਕੇ ਤੁਸੀਂ ਲੇਟ ਆਉਂਦੇ ਸੀ ਤੇ ਇਹਦੇ ਲਈ ਮਾਫੀ ਚਾਹੁੰਦੇ ਆ ਹੈ। ਅੱਜ ਤਾਂ ਤੁਸੀਂ ਸਾਰੇ ਵਧਾਈ ਦੇ ਪਾਤਰ ਹੋ ਤੇ ਪਲੱਸ ਨੂੰ ਪਤਾ ਸਵੇਰੇ ਸਵੇਰੇ ਲੋਕ ਮਿਲਣ ਵਾਲੇ ਆਉਂਦੇ, ਥੋੜਾ ਟਾਈਮ ਲੱਗ ਜਾਂਦਾ। सब तो वड्डी गल तो भी अज साडी पार्टी ने जिहड़े साडे शहर वास्ते जी कारपोरेशन चुनी जानी है, उहदे वास्ते 50 दे 50 जिहड़े कैंडीडेट वो अनाउंस कीते ने। तुहानूं इहदी जिहड़ी लिस्ट है तुहानूं प्रोवाइड कर देंगे ते साडे पंजाब दे प्रधान श्री जाखड़ जी वालों ये लिस्ट जारी की गई है तो जिन्होंने मैं अगे तुहानूं दे रहा सारिਆਂ ਨੂੰ। तो दूजी गल है कि साडा ਜਿਹੜਾ ਟੀਚਾ ਹੈ ਕਿ ਉਹ ਮੋਹਾਲੀ ਦੀ ਸੇਵਾ ਕਰਨ ਦਾ, ਔਰ ਜੋ ਅਸੀਂ ਪਿਛਲੇ 6 ਮਹੀਨਿਆਂ ਦੇ ਜਦੋਂ ਕਾਰਪੋਰੇਸ਼ਨ ਟੁੱਟੀ ਹੈ, ਜਿੰਨੇ ਕੰਮ ਹੋਏ ਨੇ, ਜਿੰਨੇ ਤੁਹਾਡੇ ਸਾਹਮਣੇ ਤਕਰੀਬਨ ਚਾਹੇ ਮੈਡੀਕਲ ਕਾਲਜ ਦੀ ਗੱਲ ਕਰ ਲਓ, ਚਾਹੇ ਕਮਿਊਨਿਟੀ ਹੈਲਥ ਸੈਂਟਰ ਦੀ ਕਰ ਲਓ, ਚਾਹੇ ਕਮਿਊਨਿਟੀ ਸੈਂਟਰ ਦੀ ਗੱਲ ਕਰ ਲਓ, ਚਾਹੇ ਲਾਂਡਰਾ ਚੌਂਕ ਦੀ ਗੱਲ ਕਰ ਲਓ, ਚਾਹੇ ਜਿਹੜੀਆਂ ਡਿਸਪੈਂਸਰੀਆਂ ਨੇ ਉਹਨੂੰ ਅਪਗ੍ਰੇਡ ਕਰਨ ਦੀ ਗੱਲ ਕਰ ਲਓ, ਚਾਹੇ ਸਾਰੇ ਜਿਹੜੇ ਪਾਰਕਾਂ ਦੇ ਵਿੱਚ ਜਿਮ ਲਾਉਣ ਦੀ ਗੱਲ ਸੀ, ਜਾਂ ਪਾਰਕਾਂ ਦੀ ਮੇਨਟੇਨੈਂਸ ਦੀ ਗੱਲ ਸੀ, ਜਾਂ ਫਿਰ ਜਿਹੜੀਆਂ ਮਾਰਕੀਟਾਂ ਨੇ ਉਹਨਾਂ ਦਾ ਸਾਰਿਆਂ ਦੀ ਡਿਵੈਲਪਮੈਂਟ ਦਾ ਕੰਮ ਹੈ, ਜਾਂ ਫਿਰ ਸੀਵਰੇਜ ਦਾ ਜਿਹੜਾ 22 ਕਰੋੜ ਦਾ ਕਬਜ਼ਾ ਦਾ ਜਿਹੜਾ ਮੇਨ ਪਾਈਪਲਾਈਨ ਦਾ, ਤੇ ਪਲੱਸ ਜਿਹੜਾ ਪਾਣੀ ਦਾ 13 ਕਰੋੜ ਦਾ ਉਹ ਵੀ ਕੰਮ ਅੰਡਰ ਪ੍ਰੋਸੈਸ ਹੈਗਾ। ਤੇ ਗਊਸ਼ਾਲਾ ਜਿਹੜੀ ਕਿ ਸਭ ਤੋਂ ਵੱਡੀ ਸਮੱਸਿਆ ਸੀ ਮੋਹਾਲੀ ਸ਼ਹਿਰ ਦੇ ਗਊਸ਼ਾਲਾ ਅਵਾਰਾ ਗਊਆਂ ਤੇ ਕੁੱਤਿਆਂ ਦੀ, ਉਹਦੇ ਵਾਸਤੇ ਅਸੀਂ 10.5 ਏਕੜ ਉਹ ਵੀ ਤਿਆਰ ਕਰ ਰਹੇ ਹਾਂ ਤੇ ਆਲਮੋਸਟ ਤਕਰੀਬਨ 3 ਮਹੀਨਿਆਂ ਦੇ ਵਿੱਚ ਉੱਥੇ ਕੰਮ ਸਟਾਰਟ ਹੋ ਜਾਊਗਾ। और मैं ये गल कहनी चाहुंदा कि भी जिहड़े लोग 10 साल राज भाग च रहे ने, उन्होंने मोहाली च कख नहीं कीता। उन्होंने मोहाली दी मैनूं एक भी फलानी चीज़ जिहड़ी एक्सट्रा ऑर्डनरी बजाए अपनी रीयल स्टेट तो कोई इत्थे मोहाली प्रोजैक्ट लिआंदा होवे भी आ वड्डी इंडस्ट्री आ गई होवे। ईवन जिन्ने इत्थे सुखबीर सिंह बादल वादे करके गया सीगा कि जी इन्ने 1000 करोड़ की इन्वेस्टमेंट आई, एक सिंगल पैसे की इन्वेस्टमेंट नहीं आई। ईवन इंडस्ट्री एसोसीएशन वाले कल मेरे को आए थे, कहते सानू 10 लाख अनाउंस करके गया सी डिप्टी सीएम सुखबीर सिंह बादल, तो सानू पंजी नहीं मिली अजे तक। पर साडा जो मंत्री साहब उत्थे आए तो उन्हें 10 लाख हफ्ते च उन्होंने भेजा, MIA ने भेजा। अज सारी इंडस्ट्री एरिया के पार्क सड़कों उन्होंने सारिਆਂ ਦੀ रेनोवेशन हो रही है। सब तो वड्डी प्राप्ति जी साडी 66 ਤੋਂ 69 ਤੇ 76 ਤੋਂ 80 ਜਿਹੜੇ ਪਾਣੀਆਂ ਦਾ ਬਹੁਤ ਵੱਡੀ ਡਿਸਪੈਰਿਟੀ ਸੀ ਰੇਟ ਦੇ ਵਿੱਚ। 10 ਰੁਪਏ ਦਾ 1000 ਲੀਟਰ ਸੀ, ਉਹ ਅਸੀਂ 1 ਰੁਪਏ 80 ਪੈਸੇ ਕੀਤਾ। ਫਿਰ ਜਿਹੜੀਆਂ ਸੁਸਾਇਟੀਆਂ ਨੇ ਜਿੰਨੀਆਂ ਸ਼ਹਿਰ ਦੀਆਂ ਕੋਈ 20 ਸੁਸਾਇਟੀਆਂ ਸੀ ਜਿਹੜਿਆਂ ਦੇ ਇੰਟਰਨਲ ਡਿਵੈਲਪਮੈਂਟ ਸੀ ਜਿਹੜੀ ਉਹ ਸਰਕਾਰ ਨਹੀਂ ਸੀ ਕਰਦੀ ਪਹਿਲਾਂ। ਔਰ ਅਸੀਂ ਬੜੇ ਵਾਰੀ ਉੱਥੇ ਮੈਂ ਵਿਧਾਨ ਸਭਾ 'ਚ ਵੀ ਇਸ ਗੱਲ ਬਾਰੇ ਚਿੱਖਦਾ ਰਿਹਾ ਵੀ ਇਹ ਜਦੋਂ ਲੋਕ ਇਨਕਮ ਟੈਕਸ ਪੇ ਕਰਦੇ ਨੇ, ਪ੍ਰੋਪਰਟੀ ਟੈਕਸ ਪੇ ਕਰਦੇ ਨੇ, ਪਲੱਸ ਸਾਰੇ ਟੈਕਸ ਦਿੰਦੇ ਨੇ, ਕਿਰਾਏ ਪੇ ਕਰਦੇ ਨੇ, ਉਹਨਾਂ ਨਾਲ ਇਹ ਵਿਤਕਰਾ ਕਿਉਂ ਹੈ। ਉਹ ਸਾਡੇ ਮੁੱਖ ਮੰਤਰੀ ਸਾਹਿਬ ਨੇ, ਸਾਡੇ ਲੋਕਲ ਬਾਡੀ ਮਿਨਿਸਟਰ ਸਾਹਿਬ ਨੇ ਸਾਨੂੰ 82/3 'ਚ ਉਹ ਸੈਂਕਸ਼ਨ ਦਿੱਤੀ, ਮਨਜ਼ੂਰੀ ਮਿਲੀ ਸਾਨੂੰ। ਅਸੀਂ 6 ਕਰੋੜ ਤੋਂ ਵੱਧ ਰੁਪਈਆ ਉਹਨਾਂ ਸੁਸਾਇਟੀਆਂ ਦੀ ਡਿਵੈਲਪਮੈਂਟ ਦੇ ਉੱਤੇ ਖਰਚ ਕਰਨ ਜਾ ਰਹੇ ਹਾਂ। ਔਰ ਤਕਰੀਬਨ ਤੁਸੀਂ ਕੰਮ ਪੂਰੇ ਜੋਰ ਸ਼ੋਰ ਨਾਲ ਚੱਲਦਾ ਹੈ। ਅਤੇ ਸਾਰੇ ਜਿਹੜੇ ਪਾਰਕਾਂ ਦੇ ਵਿੱਚ ਅਸੀਂ ਜਿਹੜੇ ਸਪੋਰਟਸ ਕੰਪਲੈਕਸ ਜਿਹੜੇ ਵਾਲੀਬਾਲ ਦਾ ਸੀ, ਜਾਂ ਬਾਸਕਟਬਾਲ ਦਾ ਸੀ, ਜਾਂ ਲਾਨ ਟੈਨਿਸ ਦਾ ਸੀ, ਜਾਂ ਬੈਡਮਿੰਟਨ ਦੇ ਕੋਰਟ ਸੀ, ਉਹ ਸਾਰੇ ਅਸੀਂ ਤਕਰੀਬਨ 10 ਦੇ 10 ਉਹ ਵੀ ਅਸੀਂ ਸਟਾਰਟ ਕੀਤੇ ਨੇ। ਅੱਜ ਕੋਈ ਬੰਦਾ ਕਹੇ ਜੀ ਅਸੀਂ ਬਹੁਤ ਕੁਝ, ਮੈਂ ਕਹਿੰਦਾ ਵੀ ਫਿਰ ਪੈਸਾ ਸਰਕਾਰ ਕਮੇਟੀ ਕੋਲ ਕੋਈ ਨਹੀਂ ਸੀ। 50 ਕਰੋੜ ਦਾ MOU ਸਾਈਨ ਕੀਤਾ ਸੀਗਾ ਸਾਡੇ ਮੇਅਰ ਸਾਹਿਬ ਨੇ ਪਹਿਲਾਂ ਵਾਲਿਆਂ ਨੇ, ਉਹ 50 ਕਰੋੜ ਰੁਪਈਆ ਦਾ ਇੱਕ ਪੈਸਾ ਨਹੀਂ ਲਿਆ ਸਕੇ। ਪਰ ਅਸੀਂ ਆਉਂਦੇ 20 ਕਰੋੜ ਰੁਪਈਆ ਸੀਐਮ ਸਾਹਿਬ ਤੋਂ ਲੈ ਕੇ ਆਏ ਅਤੇ 25 ਕਰੋੜ ਰੁਪਈਆ ਗਮਾਡਾ ਤੋਂ ਲਿਆ, ਅਤੇ 25 ਕਰੋੜ ਗਮਾਡਾ ਤੋਂ 31 ਮਾਰਚ ਤੋਂ ਪਹਿਲਾਂ ਫਿਰ ਲੈਣਾ ਦੁਬਾਰੇ। ਯਾਨੀ ਕਿ ਇਹਦੇ ਨਾਲ ਅਸੀਂ ਜਿਹੜਾ ਸਾਡਾ 190 ਸਮਝ ਲਓ ਵੀ 190 ਕਰੋੜ ਦੀ ਜਿਹੜੀ ਆਪਣੀ ਲੈਵਲਟੀ ਸਾਡੀ ਉਹਦੇ ਵੱਲ ਬਣਦੀ ਆ, ਗਮਾਡਾ ਨਹੀਂ ਬਣਦੇ ਸੀ, ਉਹਨੂੰ ਅਸੀਂ ਖਿੱਚਣਾ ਸ਼ੁਰੂ ਕੀਤਾ ਅਤੇ ਸ਼ਹਿਰੀ ਡਿਵੈਲਪਮੈਂਟ 'ਤੇ ਸਾਰਾ ਅਸੀਂ ਕਰ ਰਹੇ ਹਾਂ। ਔਰ ਦੂਜਾ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਵੀ ਜਿੰਨੀ ਸਾਡੀ ਟੀਮ ਆ ਸਾਰੀ ਤੁਹਾਡੇ ਸਾਹਮਣੇ ਬੈਠੀ ਹੈ। ਔਰ ਤੀਸਰਾ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਸੈਕਿੰਡ ਪਾਰਟੀ ਸਮਝਦਾ ਪੰਜਾਬ ਦੀ, ਅੱਜ ਦੇ ਉਹਦੇ ਹਾਲਾਤ ਕੀ ਨੇ, ਜਿਹੜੇ ਉਹ ਬੰਦੇ ਉਹਨਾਂ ਨੇ ਖੜੇ ਕੀਤੇ ਨੇ, ਜਾਂ ਉਹ ਬੰਦੇ ਡਰਾਮੇਬਾਜ਼ ਨੇ ਕਿ ਹੁਣ ਅਸੀਂ ਇੱਧਰਲੇ ਪਾਸੇ ਜਾ ਵੜਦੇ, ਅਕਾਲੀ ਦਲ ਨੂੰ ਵੋਟ ਨਹੀਂ ਪੈਣੀ
ਤੇ ਇਹ ਐਕਚੁਅਲੀ ਬੀ ਟੀਮ ਅਕਾਲੀ ਦਲ ਦੀ ਆ। ਸਾਰੇ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਨੇ ਉਸ ਪਾਸੇ ਨੇ। ਔਰ ਮੈਂ ਇਹ ਕਹੂੰਗਾ ਵੀ ਜਿਹੜਾ ਬੰਦਾ ਮੌਕਾ ਪ੍ਰਸਤ ਹੋਵੇ, ਖੁਦ ਗਰਜ ਹੋਵੇ, ਉਹ ਬੰਦਾ ਵੋਟ ਦਾ ਹੱਕਦਾਰ ਨਹੀਂ। ਔਰ ਸਭ ਤੋਂ ਵੱਡੀ ਗੱਲ ਹੈ, ਜਿਹੜਾ ਬੰਦਾ ਗੁਰੂ ਘਰ 'ਚ ਜਾ ਕੇ ਸਹੁੰ ਖਾ ਕੇ ਮੁੱਕਰ ਜੇ, ਇਹਦੋਂ ਵੱਡਾ ਪਾਪ ਕੋਈ ਨਹੀਂ ਹੈ। ਉਹ ਵੀ ਉਹਨੇ ਘਟਾਉਣਾ ਕੰਮ ਕੀਤਾ। ਬੇਦੀ ਸਾਹਿਬ ਇਸ ਗੱਲ ਦੇ ਗਵਾਹ ਨੇ, ਸਿੱਠੀ ਸਾਹਿਬ ਇਸ ਗੱਲ ਦੇ ਗਵਾਹ ਨੇ। ਜੈਨ ਸਾਹਿਬ ਸੀ ਨੇ ਡਿਪਟੀ ਮੇਅਰ ਬਣੇ ਤੇ ਉਹ ਕਿਉਂ ਨਹੀਂ ਉਹਨਾਂ ਨੇ 5 ਸਾਲ ਉਹਨੂੰ ਲਾ ਸਕੇ? ਉਹਦਾ ਕਾਰਨ ਸੀ ਕਿ ਉਹਨੂੰ ਪਤਾ ਸੀ ਜਿਹੜੇ ਬੰਦਿਆਂ ਨੇ ਗੁਰਦੁਆਰੇ ਸਾਹਿਬ ਦੇ ਨਾਲ ਸਹੁੰ ਖਾਧੀ, ਉਹ ਬੰਦੇ ਸਾਡੇ ਨਾਲ ਤੁਰਨਗੇ ਨਹੀਂ। ਇਸ ਕਰਕੇ ਅੱਜ ਮੈਂ ਮੋਹਾਲੀ ਦੇ ਲੋਕਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਜਿਹੜੀ ਮੇਰੀ ਟੀਮ, ਮੇਰੇ ਸਾਰੇ ਜਿਹੜੇ ਸਾਥੀ ਨੇ, ਮੇਰੀਆਂ ਭੈਣਾਂ, ਜਿਹੜੀਆਂ ਬੀਬੀਆਂ ਜਿੰਨੀਆਂ ਵੀ ਇਲੈਕਸ਼ਨ ਲੜ ਰਹੀਆਂ ਨੇ, ਉਹ ਸਾਰੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੇ ਜੋ ਡਿਵੈਲਪਮੈਂਟ ਦੇ ਕੰਮ ਕੀਤੇ ਨੇ, ਜੋ ਅਮਰਿੰਦਰ ਸਿੰਘ ਦੀ ਅੱਜ ਦੀ ਡੇਟ 'ਚ ਮੋਹਾਲੀ 'ਚ ਐਪਰੀਸ਼ੀਏਸ਼ਨ ਹੋ ਰਹੀ ਆ, ਮੋਹਾਲੀ ਦੀ ਵਿੱਚ ਵੱਡੀਆਂ ਵੱਡੀਆਂ ਇੰਡਸਟਰੀਆਂ ਆ ਰਹੀਆਂ ਨੇ, ਯੂਨੀਵਰਸਿਟੀਆਂ ਆ ਰਹੀਆਂ ਨੇ, ਇਹ ਸਾਰੀ ਉਹਦੀ ਇੱਕ ਸੋਚ ਦਾ ਨਤੀਜਾ ਨੇ। ਅੱਜ ਮੈਡੀਕਲ ਕਾਲਜ ਕਿੰਨੀ ਵੱਡੀ ਗੱਲ ਹੈ ਕਿ 2013 'ਚ ਮਨਜ਼ੂਰ ਹੋਇਆ ਸੀ, ਪਰ ਲੇਕਿਨ ਇਹਨਾਂ ਨੇ ਠੰਡੇ ਵਾਸਤੇ ਪਾ ਕੇ ਰੱਖਿਆ। ਉਹਨੂੰ ਜ਼ਮੀਨ ਦਿੱਤੀ, ਅਸੀਂ ਜ਼ਮੀਨ ਵੀ ਪ੍ਰੋਵਾਈਡ ਕੀਤੀ। ਮੈਡੀਕਲ ਕਾਲਜ ਮਾਰਚ 'ਚ ਸਟਾਰਟ ਵੀ ਹੋਣਾ ਹੈ। ਉਸ ਤੋਂ ਬਾਅਦ BSc ਨਰਸਿੰਗ, BSc ਫਾਰਮੇਸੀ ਕਾਲਜ ਵੀ ਅਸੀਂ ਮਨਜ਼ੂਰ ਕਰਾਏ ਮੋਹਾਲੀ ਵਾਸਤੇ। ਦੱਸੋ ਉਹਨਾਂ ਨੇ ਕੀ ਕੀਤਾ? ਕਿਸੇ ਨੇ ਕੋਈ ਕੀਤਾ? 2 ਵਾਰੀ ਤੁਸੀਂ ਉਹਨੂੰ ਪ੍ਰਧਾਨ ਵੀ ਬਣਾ ਲਿਆ, ਮੇਅਰ ਵੀ ਬਣਾਤਾ, ਔਰ ਸਰਕਾਰ ਵੀ 10 ਸਾਲ ਰਹੀ। ਮੋਹਾਲੀ ਦਾ ਕਿਸੇ ਨੇ ਹਾਲ ਨਹੀਂ ਪੁੱਛਿਆ ਕਿ ਅਸੀਂ ਮੋਹਾਲੀ ਵਾਸਤੇ ਚਾਹੇ ਸਰਕਾਰ ਸੀ ਜਾਂ ਨਹੀਂ ਸੀ, ਤਾਂ ਵੀ ਮੋਹਾਲੀ ਦੇ ਹੱਕਾਂ ਵਾਸਤੇ ਲੜਦੇ ਰਹੇ ਹਾਂ ਤੇ ਹੁਣ ਵੀ ਅਸੀਂ ਮੋਹਾਲੀ ਹੱਕਾਂ ਵਾਸਤੇ ਲੜਦੇ ਰਹਾਂਗੇ। ਅੱਜ ਵੀ ਮੈਂ ਜਿੰਨੇ ਬੰਦੇ ਨੇ ਬੜੇ ਸੋਚ ਸਮਝ ਕੇ ਸਾਡੇ ਆਪਣੇ ਜਿਹੜੀ ਸਕਰੀਨਿੰਗ ਕਮੇਟੀ ਆ ਪ੍ਰਦੇਸ਼ ਕਾਂਗਰਸ ਕਮੇਟੀ ਦੀ, ਉਹਨਾਂ ਨੇ ਆਪਣਾ ਇਹ ਸਾਰੇ ਕੈਂਡੀਡੇਟ ਚੁਣੇ ਨੇ। ਔਰ ਸਾਰਿਆਂ ਦੀ ਬਕਾਇਦਾ ਇੰਟੈਲੀਜੈਂਸ ਰਿਪੋਰਟ ਤੋਂ ਬਾਅਦ ਕਿ ਵਾਕਈ ਇਹ ਸਾਰੇ ਬੰਦੇ ਵਿਨਿੰਗ ਕੈਂਡੀਡੇਟ ਨੇ ਤੇ ਇਹਨਾਂ ਸਾਰਿਆਂ ਨੂੰ ਮੈਦਾਨ 'ਚ ਉਤਾਰਿਆ ਜਾ ਰਿਹਾ ਹੈ। ਮੈਂ ਤੁਹਾਡੇ ਰਾਹੀਂ ਸਾਰੇ ਮੋਹਾਲੀ ਦੀ ਜਨਤਾ ਨੂੰ ਅਪੀਲ ਕਰਨੀ ਚਾਹੁੰਦਾ ਕਿ ਜੋ ਅਸੀਂ ਕੰਮ ਕੀਤੇ ਨੇ, ਜੋ ਵਿਕਾਸ ਦਾ ਅਸੀਂ ਬੀੜਾ ਚੁੱਕਿਆ ਹੋਇਆ, ਉਹਨੂੰ ਕੰਟੀਨਿਊ ਰੱਖਣ ਵਾਸਤੇ ਉਹ ਸਾਰੇ ਮੇਰੇ ਉਮੀਦਵਾਰਾਂ ਨੂੰ ਵੋਟ ਪਾਉਣ, ਤਾਂ ਕਿ ਜਿਹੜਾ ਅਸੀਂ ਪੰਜਾਬ ਸਰਕਾਰ ਕਾਂਗਰਸ ਪਾਰਟੀ ਦੀ ਹੈ, ਮੈਨੂੰ ਬਤੌਰ ਹੈਲਥ ਮਿਨਿਸਟਰ ਸੇਵਾ ਕਰਨ ਦਾ ਮੌਕਾ ਮਿਲਿਆ। ਤੁਹਾਡੇ ਸਾਹਮਣੇ ਕੋਵਿਡ ਦਾ ਕਿੱਡਾ ਵੱਡਾ ਲੜਾਈ ਸੀ ਜਿਹੜੀ ਲੜੀ ਆ, ਤੇ ਉਹਦੇ 'ਚ ਅਸੀਂ ਅੱਜ ਸਾਡੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਵੀ ਇਸ ਗੱਲ ਦੀ ਪ੍ਰਸ਼ੰਸਾ ਕਰਨੀ ਪਈ ਕਿ ਵੀ ਪੰਜਾਬ ਦਾ ਸਭ ਤੋਂ ਵਧੀਆ ਬਿਹਤਰ ਸਿਸਟਮ ਹੈ। ਇਸ ਲਈ ਸਾਡੀ ਜਿਹੜੀ ਪਾਰਟੀ ਹੈ ਜਾਂ ਸਾਡੀ ਟੀਮ ਆ, ਉਹ ਸਾਰਿਆਂ ਦੀ ਵੋਟ ਦੀ ਹੱਕਦਾਰ ਹੈਗੀ ਹੈ। ਔਰ ਮੈਂ ਤੁਹਾਨੂੰ ਇਹ ਕਹਿਣਾ ਵੀ ਜਿੰਨੇ ਅਸੀਂ ਵਾਅਦੇ ਇਲੈਕਸ਼ਨ ਦਾ ਸਾਡਾ ਮੈਨੀਫੈਸਟੋ ਵੀ ਜਾਰੀ ਹੋਏਗਾ, ਅਸੀਂ ਕੱਲਾ ਵਾਅਦਾ ਸਾਡੀ ਸਰਕਾਰ ਨੇ ਪਹਿਲਾਂ ਪੂਰਾ ਕੀਤਾ ਤੇ ਅਸੀਂ ਵੀ ਮੋਹਾਲੀ ਵਾਸਤੇ ਪੂਰਾ ਕਰਾਂਗੇ। ਇਹ 50% ਮਹਿਲਾ ਨੇ ਜੀ, ਹਾਂ 50% ਜੈਂਟਸ ਨੇ। ਜਿਵੇਂ ਤੁਸੀਂ ਸਰ ਗੱਲ ਕਰ ਰਹੇ ਸੀਗੇ ਕਿ ਜਿਹੜਾ ਅਕਾਲੀ ਦਲ ਨੂੰ ਵੋਟ ਨਹੀਂ ਪੈਣੀ, ਇਸ ਕਰਕੇ ਦੂਸਰੇ ਪਾਸੇ ਚਲੇ ਗਏ ਨੇ। ਕਾਂਗਰਸ ਵੀ ਇਸ ਗੱਲ ਦਾ ਫਾਇਦਾ ਲਾ ਰਹੀ ਹੈ ਕਿ ਜਿਹੜਾ BJP ਤੋਂ ਲੋਕ ਖਿਲਾਫ ਨੇ, ਅਕਾਲੀ ਦਲ ਸਾਨੂੰ ਉਹ ਜਿੰਨੇ ਮਰਜ਼ੀ ਲੜਨ, ਸਾਨੂੰ ਕੋਈ ਇਤਰਾਜ਼ ਨਹੀਂ। ਸਾਡੀ ਪਾਰਟੀ, ਸਾਡਾ ਝੰਡਾ, ਸਾਡਾ ਹੱਥ ਪੰਜਾ ਚੋਣ ਨਿਸ਼ਾਨ ਹੈ ਸਾਰਿਆਂ ਦਾ। ਸਰ ਇੱਕ ਖੋਖਰ ਜੀ ਸੀਗੇ, ਉਹ ਤੁਹਾਡੇ ਇੱਥੇ ਰਹੇ ਵੀ ਨੇ, ਅਹੁਦੇਦਾਰ ਵੀ ਰਹੇ ਨੇ, ਉਹ ਆਜ਼ਾਦ ਗਰੁੱਪ ਚਲੇ ਗਏ। ਦੇਖੋ ਗੱਲ ਇੱਦਾਂ ਹੁੰਦੀ ਹੈ ਕਿ ਕੁਝ ਬੰਦਿਆਂ ਨੂੰ ਬਹੁਤ ਓਪੋਰਚੁਨਿਸਟ ਹੁੰਦੇ ਨੇ, ਲੋੜ ਤੋਂ ਪਹਿਲਾਂ, ਸਮੇਂ ਤੋਂ ਪਹਿਲਾਂ ਕੁਝ ਗੱਲਾਂ ਕਰਦੇ ਨੇ ਜਿਹੜੀਆਂ ਕਿ ਨਹੀਂ ਪੂਰੀਆਂ ਹੁੰਦੀਆਂ। ਲੇਕਿਨ ਉੱਥੇ ਵੀ ਵਿਨੇਬਿਲਿਟੀ ਪਲੱਸ ਜਿਹੜਾ ਸਿਟਿੰਗ MC ਆ, ਉਹਦੀ ਜਿਹੜੀ ਕਾਰਗੁਜ਼ਾਰੀ ਆ ਉਹ ਬਿਹਤਰ ਹੈ। ਲੋਕਾਂ ਨੇ ਉਹਨੂੰ ਸਾਨੂੰ ਪ੍ਰਮੋਟ ਕੀਤਾ ਤੇ ਅਸੀਂ ਉਹਨੂੰ ਸਪੋਰਟ ਕਰਨੀ ਬਣਦੀ ਸੀ। ਖੋਖਰ ਸਾਹਿਬ ਨੂੰ ਮੈਂ ਹਾਲੇ ਵੀ ਰਿਕੁਐਸਟ ਕਰਦਾ ਕਿ ਪਾਰਟੀ 'ਚ ਬੜੇ ਹੋਰ ਉਹਦੇ ਹੁੰਦੇ ਨੇ ਜਿਹੜੇ ਉਹ ਦਿੱਤੇ ਜਾ ਸਕਦੇ ਨੇ। ਸਰ ਜਿਹੜੇ ਇਲੈਕਸ਼ਨ ਕਿਹਦੇ ਵਿੱਚ ਹੋਣਗੇ ਇਸ ਬਾਰੇ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਜਾਂ ਤੁਹਾਡੇ ਵਿੱਚ ਕਿਹਦੇ ਵਿੱਚ ਮੁਕਾਬਲਾ? ਸਾਡਾ ਕਿਸੇ ਦਾ ਮੁਕਾਬਲਾ ਨਹੀਂ ਜੀ, ਅਸੀਂ 50,000 ਸੀਟਾਂ ਸਫਾਈ ਕਰਾਂਗੇ ਪੂਰੀ। ਬਿਲਕੁਲ ਮੈਡਮ, ਸੈਮੀਫਾਈਨਲ ਹੈ ਇਹ, ਤੇ ਅਸੀਂ ਤਾਂ ਫਾਈਨਲ ਲੜਨ ਨੂੰ ਵੀ ਤਿਆਰ ਬੈਠੇ ਆ, ਕੋਈ ਚੱਕਰ ਵਾਲੀ ਗੱਲ ਨਹੀਂ ਹੈ। ਸਾਹਿਬ ਇੱਕ ਮਿੰਟ, ਤੁਸੀਂ ਕੀ ਪ੍ਰਤੀਨਿਧਤਾ ਕਰ ਰਹੇ ਹੋ ਹਲਕੇ ਦੀ? ਸਾਈਕਲ ਨੂੰ ਲੈਣ ਦੀ ਤੁਹਾਡੇ ਕੋਲ ਬਿਲਕੁਲ ਘੱਟ ਰੜਕ ਰਹੀ ਹੈ, ਸ਼ਰੇਆਮ ਰੜਕ ਰਹੀ ਹੈ ਉਹ। ਹਾਲਾਂਕਿ ਤੁਸੀਂ ਮੇਅਰ ਰਾਣਾ ਜੀ ਬਣਾਏ ਨੇ, ਡਿਪਟੀ ਮੇਅਰ ਤੁਹਾਡੇ ਕੋਲ ਬੈਠੇ, ਉਹ ਉੱਦਾਂ ਦੀ ਛਾਪ ਨਹੀਂ ਛੱਡ ਸਕੀ ਜਿੱਦਾਂ ਦੀ ਛੱਡਣੀ ਚਾਹੀਦੀ। ਇੱਕ ਵਾਰਡ ਦੇ ਕਾਉਂਸਲਰ ਬਣ ਕੇ ਰਹਿ ਗਏ। ਕੀ ਤੁਹਾਡੇ ਲੀਡਰਸ਼ਿਪ ਲੜੇ ਜੋਗਾ ਇਲੈਕਸ਼ਨ ਜਾਂ ਮੇਅਰ ਦਾ ਤਾਂ ਕੈਂਡੀਡੇਟ ਅਨਾਉਂਸ ਕਰੋਗੇ ਪਹਿਲੇ ਇਲੈਕਸ਼ਨ ਤੋਂ ਪਹਿਲੇ? ਗੱਲ ਇੱਦਾਂ ਹੁੰਦੀ ਹੈ, ਇਹ ਸਾਡੇ ਪਾਰਟੀ ਦਾ ਇੱਕ ਸਿਸਟਮ ਹੈਗਾ, ਪਾਰਟੀ ਦਾ ਸਿਸਟਮ ਆ, ਉਹ ਤੋਂ ਬਾਹਰ ਅਸੀਂ ਜਾ ਨਹੀਂ ਸਕਦੇ। ਈਵਨ ਜੇ ਮੁੱਖ ਮੰਤਰੀ ਵੀ ਸਾਡਾ ਜਦੋਂ ਚੁਣਿਆ ਜਾਂਦਾ ਹੈ, ਉਹ ਸੈਂਟਰ ਦੀ ਹਾਈ ਕਮਾਂਡ ਕਰਦੀ ਹੈ। ਸਾਡੀ ਪ੍ਰਦੇਸ਼ ਦੀ ਜਿਹੜੀ ਹਾਈ ਕਮਾਂਡ ਹੈ, ਉਹ ਬਕਾਇਦਾ ਅਸੀਂ ਸੀਟਾਂ ਜਿੱਤ ਕੇ ਸਾਰੀਆਂ ਉਹਨੇ ਝੋਲੀ ਪਾਵਾਂਗੇ ਜੱਖੜ ਸਾਹਿਬ ਦੇ CM ਸਾਹਿਬ ਦੀ 'ਚ, ਉਹ ਜਿਹਨੂੰ ਡਿਸਾਈਡ ਕਰਨਗੇ ਬਣਾ ਦਾਂਗੇ। ਕਿਤੇ ਨਾ ਕਿਤੇ
ਤੇ ਜਿਹਦਾ ਕਿਸਾਨ ਨੂੰ ਚੱਲ ਰਿਹਾ ਜੀ ਇਹਦੇ ਬਾਰੇ ਸਵਾਲ ਖੜੇ ਹੋ ਰਹੇ ਇਲੈਕਸ਼ਨ ਕਰਾ ਰਹੇ ਨੇ ਆਪਣਾ ਲੋਕ ਇਨਸਾਫ ਪਾਰਟੀ ਅਕਾਲੀ ਦਲ ਹੋਰ ਪਾਰਟੀਆਂ ਨੇ ਮੁੱਦਾ ਉਠਾਇਆ ਵੀ ਕਿਸਾਨ ਤਾਂ ਬਾਰਡਰਾਂ ਤੇ ਬੈਠੇ ਨੇ। ਨਹੀਂ ਬਿਲਕੁਲ, ਸੁਣੋ ਮੇਰੀ ਗੱਲ, ਸਾਡੇ ਵੀ ਬੰਦਿਆਂ ਨੇ ਉੱਥੇ ਲੰਗਰ ਲਾਏ ਹੋਏ ਨੇ। ਅਸੀਂ ਇੱਕ ਦਿਨ ਲਈ ਸਿਰਫ ਵੋਟ ਪਾਉਣ ਵਾਸਤੇ ਆਉਣਗੇ ਸਾਰੇ, ਦੁਬਾਰਾ ਫਿਰ ਉੱਥੇ ਜਾ ਕੇ ਆਪਣਾ ਸ਼ਾਮਲ ਹੋਣਗੇ। ਪਰ ਮੈਂ ਕਹੂੰ ਸਾਡੀ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਰਹੀ ਹੈ, ਕਿਸਾਨ ਹਿਤੈਸ਼ੀ ਰਹੀ ਹੈ, ਚਾਹੇ ਪਾਣੀਆਂ ਦਾ ਮੁੱਦਾ ਹੋਵੇ, ਚਾਹੇ ਕਾਲੇ ਕਾਨੂੰਨਾਂ ਦਾ ਮੁੱਦਾ ਹੋਵੇ, ਚਾਹੇ ਕੋਈ ਹੋਰ ਪੰਜਾਬ ਨਾਲ ਰਿਲੇਟਡ ਮੁੱਦਾ ਹੋਵੇ। ਸਾਡੇ ਸੀਐਮ ਸਾਹਿਬ ਹਮੇਸ਼ਾ ਮੂੰਹ ਦੀ ਕਤਾਰ ਜਾ ਕੇ ਖੜੇ ਹੁੰਦੇ ਨੇ। ਅੱਛਾ ਸਿੱਧੂ ਸਾਹਿਬ, ਇੱਕ ਜਿਹੜੇ ਤੁਹਾਡੇ ਤੇ ਐਲੀਗੇਸ਼ਨ ਲੱਗਦੇ ਨੇ ਕਿ ਵੋਟਾਂ ਜਾਲੀ ਬਣਾ ਰਹੀ ਹੈ ਕਾਂਗਰਸ ਪਾਰਟੀ, ਬਹੁਤ ਸਾਰੇ ਜਿਹੜੇ ਆਪੋਜੀਸ਼ਨ ਵਾਲੇ ਨੂੰ ਕਹਿ ਰਹੇ ਨੇ, ਤੇ ਦੂਸਰੀ ਇਹ ਗੱਲ ਹੈ ਕਿ ਜਿਹੜਾ ਇਹ ਸਹੀ ਕਿੱਥੇ ਤੱਕ ਇਸ ਨੂੰ ਵਾਧੇ ਤੋਂ ਬਾੜਬੰਦੀ ਨੂੰ ਲੈ ਕੇ ਅਸੀਂ ਬਿਲਕੁਲ ਅਸੀਂ ਇੱਕ ਵੋਟ ਜਾਲੀ ਨਹੀਂ ਬਣਾਈ। ਹਰ ਬੰਦਾ ਇੰਡੀਵਿਜੂਅਲ ਤੌਰ ਤੇ ਜਾ ਕੇ ਵੋਟ ਬਣਾਉਂਦਾ, ਇਹ ਨਹੀਂ ਕਿ ਇੱਦਾਂ ਵੋਟ ਬਣਨੇ। ਅਸੀਂ ਜਾਲੀ ਕਟਾਈਆਂ ਜ਼ਰੂਰ ਉਹਨਾਂ ਨੇ ਬਣਾਈਆਂ ਹੋਈਆਂ। ਇਸ ਦੇ ਨਾਲ ਹੀ ਸਿੱਧੂ ਜੀ ਇਹ ਵੀ ਕਿਹਾ ਜਾ ਰਿਹਾ ਅਕਾਲੀ ਦਲ ਹੋਵੇ ਜਾਂ ਦੂਜੀ ਪਾਰਟੀਆਂ, ਉਹਨਾਂ ਦਾ ਇੱਕ ਤਾਂ ਪੋਸਟਪੋਨ ਕਰਨ ਲਈ ਕਿਹਾ ਜਾ ਰਿਹਾ ਕਿ ਕਿਸਾਨ ਅੰਦੋਲਨ ਚੱਲ ਰਿਹਾ। ਦੂਸਰਾ ਉਹਨਾਂ ਦਾ ਕਹਿਣਾ ਕਿ ਜ਼ਿਲ੍ਹਾ ਪਰਿਸ਼ਦ ਦੇ ਚੁਣਾਵ ਦੇ ਦੌਰਾਨ ਬਹੁਤ ਸਾਰੀ ਜਗ੍ਹਾ ਦੇਖਿਆ ਜਿੱਥੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਖਰਾਬ ਹੋਈ ਸੀ। ਉਹਨਾਂ ਦਾ ਕਹਿਣਾ ਕਿ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਨੇ ਸਾਰੀ ਕਿਤੇ ਲਾਉਣੀਆਂ ਚਾਹੀਦੀਆਂ। ਮੈਡਮ ਅਸੀਂ ਬਿਲਕੁਲ ਤੁਹਾਡੇ ਸਾਹਮਣੇ ਬੈਠੇ ਹਾਂ। ਅਸੀਂ ਬਿਲਕੁਲ ਐਨ ਕਾਨੂੰਨ ਅਮਨ ਪਸੰਦ ਲੋਕ ਹਾਂ। ਸਾਡੀ ਪਾਰਟੀ ਸੈਕੂਲਰ ਹੈ। ਅਸੀਂ ਕਦੇ ਧੱਕੇਸ਼ਾਹੀ ਵਿਸ਼ਵਾਸ ਨਹੀਂ ਰੱਖਿਆ। ਇਹ ਅਕਾਲੀ ਦਲ ਵਾਲੇ ਬਸ ਬੂਟਾ ਸਿੰਘ ਬੈਠੇ ਨੇ, ਇਹਨਾਂ ਦੀ ਡਾਕਟਰ ਲਾ ਨੂੰ ਟਿਕਟ ਦਿੱਤਾ ਸੀਗਾ, ਸਰਪੰਚੀ ਦਾ ਅਸੀਂ ਖੜਾ ਕੀਤਾ ਸੀ ਤੇ ਉਹਨਾਂ ਨੇ ਕਾਗਜ਼ ਰੱਦ ਕਰਾਏ। ਅਸੀਂ ਕਿਸੇ ਦੇ ਕਾਗਜ਼ ਰੱਦ ਨਹੀਂ ਕਰਾਏ ਅਜੇ ਤੱਕ। ਅਸੀਂ ਹਰ ਬੰਦੇ ਨੇ ਇਲੈਕਸ਼ਨ ਲੜਿਆ। ਅਸੀਂ ਕਹਿਣਾ ਸਾਡੇ ਬੰਦੇ ਬਗੈਰ ਕਿਸੇ ਮੁਕਾਬਲੇ ਜਿੱਤ ਕੇ ਆਉਣਗੇ ਸਾਰੇ। ਤੁਸੀਂ ਸਭ ਖੁਦਾ ਨਾ ਖਾਸਤਾ ਜੇ 5 ਸਾਲ ਪਹਿਲਾਂ ਵਾਲੇ ਸਮੀਕਰਨ ਬਣਦੇ ਨੇ ਕਿ ਆ ਤੁਸੀਂ ਆਜ਼ਾਦ ਦੇ ਇਸ ਤੁਸੀਂ ਕਿਉਂ ਸੋਚਦੇ ਹੋ? ਇਹ ਤਾਂ 50 ਬੈਠੇ ਆ, ਇਹ ਸਾਰੇ ਜਿੱਤੇ ਹੋਏ ਐਮਸੀ ਬੈਠੇ, ਪਿੱਛੇ ਸਾਰੇ ਬੈਠੇ। ਹਾਂਜੀ, ਨਾਲੇ ਕਾਠ ਦੀ ਕੜਾਹੀ ਇੱਕ ਵਾਰ ਬਾਰ-ਬਾਰ ਨਹੀਂ ਚੜ੍ਹਦੀ ਹੁੰਦੀ, ਠੀਕ ਹੈ ਨਾ। ਇੱਕ ਸਰ ਸਾਰੇ ਕੈਂਡੀਡੇਟ ਬਣਾ ਲਓ, ਫੋਟੋ ਬਣਾ ਲਓ, ਸਾਰੇ ਕੈਂਡੀਡੇਟ ਬੈਠੇ ਸਾਰੇ ਕੈਂਡੀਡੇਟ ਬੈਠੇ ਸਾਰੇ। ਤੂੰ ਉੱਪਰ ਚੜ੍ਹਦਾ ਨਾ, ਉੱਥੇ टेबल रखा के फोटो कर लो, ਤੂੰ ਉੱਪਰ ਚੜ੍ਹ ਜਾ। टेबल रखा के फोटो कर लो। ਇੱਕ ਮਿੰਟ ਜੀ ਵਰਡ ਫਲੂ ਬਾਰੇ ਵੀ ਥੋੜਾ ਜਿਹਾ ਦੱਸ ਦਿਓ ਕਾਇਦੀ। ਦੇਖੋ ਉਹਦੇ 'ਚ ਇਹ ਆ ਕਿ ਜਿੱਥੇ ਤੇ ਸਾਨੂੰ ਕੋਈ ਸਿੰਪਟਮ, ਅੱਜ ਡੀਸੀ ਸਾਹਿਬ ਦਾ ਮੈਂ ਬਿਆਨ ਪੜ੍ਹਿਆ ਕਿ ਕੁਛ ਡੇਰਾਬੱਸੀ ਸਾਈਡ ਤੇ ਬਰਵਾਲਾ ਨਾਲ ਲੱਗਦਾ ਹੈਗਾ, ਉਹ ਅਡਜਾਨਿੰਗ ਹੈਗਾ, ਉੱਥੇ ਕੁਛ ਕੋਈ ਪ੍ਰੋਬਲਮ ਆ ਸਕਦੀ ਹੈ। ਲੇਕਿਨ ਉਹਦੇ ਬਕਾਇਦਾ ਟੀਮਾਂ ਜਿਹੜੀਆਂ ਸਾਡੀਆਂ ਹੈਲਥ ਵਾਲੀਆਂ ਵੀ ਟਾਈ ਅਪ ਕਰਕੇ ਰੱਖਿਆ ਵੈਟਰਨਰੀ ਡਿਪਾਰਟਮੈਂਟ ਦੇ ਨਾਲ, ਤੇ ਪ੍ਰਸ਼ਾਸਨ ਵੀ ਉਹਦੇ ਨਾਲ ਪੂਰਾ ਇਸ ਵੇਲੇ ਸਤਰਕ ਹੈਗਾ। ਵੈਕਸੀਨੇਸ਼ਨ ਦੀ ਗੱਲ ਕੀਤੀ ਜਾਂਦੀ ਹੈ ਜੀ, ਤੁਹਾਡੇ ਏਰੀਆ ਦੇ ਵਿੱਚ ਸਭ ਤੋਂ ਘੱਟ ਹੈਲਥ ਵਰਕਰਾਂ ਨੇ ਵੈਕਸੀਨੇਸ਼ਨ ਕਰਵਾਈ ਹੈ। ਇਸ ਦੇ ਬਾਬਤ ਕੀ ਦੇਖੋ ਇੱਦਾਂ ਹੈਗਾ ਕਿ ਜਿਹੜੀ ਵੈਕਸੀਨੇਸ਼ਨ ਹੈਗੀ ਆ ਉਹ ਬੰਦੇ ਦੀ ਆਪਣੀ ਕੰਸੈਂਟ ਤੇ ਹੈਗੀ ਆ। ਕੋਈ ਬੰਦਾ ਲਵਾਉਣਾ ਚਾਹੁੰਦਾ ਤਾਂ ਉਹ ਲਵਾ ਲਵੇ, ਨਹੀਂ ਲਵਾਉਣਾ ਨਾ ਲਵਾਵੇ। ਨਹੀਂ ਬਿਲਕੁਲ ਨਹੀਂ। ਉਹਦੇ 'ਚ ਅਸੀਂ ਸਾਨੂੰ ਬਕਾਇਦਾ ਉਹਨਾਂ ਨੇ ਪਹਿਲਾਂ ਮੋਦੀ ਸਾਹਿਬ ਨੇ ਕਿਹਾ ਸੀ ਕਿ ਜਿਹੜੇ ਪੋਲੀਟੀਕਲ ਬੰਦੇ ਨੇ ਉਹਨਾਂ ਸਭ ਤੋਂ ਬਾਅਦ ਲਾਈ ਜਾਊਗੀ। ਜੇਕਰ ਉਹ ਇਹ ਗੱਲ ਨਾਲ ਬੈਨ ਕਰਦੇ ਤਾਂ ਸਭ ਤੋਂ ਪਹਿਲਾਂ ਸਾਡੇ ਸੀਐਮ ਸਾਹਿਬ ਨੇ ਲਵਾਉਣੀ, ਮੈਂ ਵੀ ਲਵਾਉਣੀ ਸੀ। ਨਹੀਂ ਹੈਲਥ ਵਰਕਰਾਂ ਦੀ ਗੱਲ ਕੀਤੀ ਸਰ। ਨਹੀਂ, ਹੈਲਥ ਵਰਕਰਾਂ ਨੂੰ ਬਕਾਇਦਾ ਉਹ ਜਿਹੜਾ ਕਈ ਵਾਰੀ ਬਹੁਤ ਸਾਰੇ ਬੰਦੇ ਡਿਊਟੀ ਤੇ ਹੁੰਦੇ ਨੇ, ਆਸਤੇ ਸਾਰਾ ਅਸੀਂ ਟਾਸਕ ਪੂਰਾ ਕਰ ਲੈਣਾ। 4 ਸਾਲ ਦਾ ਰੁੱਸਾ ਲੋਕਾਂ 'ਚ ਹੁੰਦਾ ਜ਼ਰੂਰ, 4 ਸਾਲ ਉਹ ਰਾਜ ਕਰਦੇ ਨੇ। ਜਿਹੜੇ ਕਾਂਗਰਸੀ ਨੇ ਨਾ ਜ਼ਮੀਨੀ ਲੈਵਲ 'ਤੇ, ਉਹਨਾਂ ਦੀ ਸ਼ਿਕਾਇਤ ਰਹੀ ਹੈ 4 ਸਾਲ 'ਚ ਰਹੀ ਹੈ ਵੀ ਸਾਡੀਆਂ ਸਰਕਾਰੀ ਦੌਰਾਨ ਸਾਡੇ ਕੋਈ ਬਿਲਕੁਲ ਗਲਤ ਗੱਲ ਆ। ਮੇਰਾ ਹਲਕਾ, ਮੈਂ ਤੁਸੀਂ ਅੱਜ ਨਹੀਂ ਸੁਣੋ ਮੇਰੀ ਗੱਲ। ਦੇਖੋ ਮੈਂ ਇੱਕ ਗੱਲ ਗਰੰਟੀ ਨਾਲ ਕਹਿ ਸਕਦਾ, ਮੇਰੇ ਹਲਕੇ 'ਚ ਕੋਈ ਅਰੇਂਜਮੈਂਟ ਨਹੀਂ। ਸਾਰੇ ਡਿਵੈਲਪਮੈਂਟ ਦੇਖ ਲਓ ਜਾ ਕੇ, ਸਾਰੇ ਹਸਪੀਟਲਾਂ ਦੀ ਕਾਇਆ ਕਲਪ ਕੀਤੀ ਹੈ। ਔਰ ਹੈਲਥ ਵੈਲਨੈਸ ਸੈਂਟਰ ਸਰਕਾਰ ਨੇ ਕਿਹਾ ਸੀ 2022 ਤੱਕ ਖੋਲ੍ਹਣਾ, 31 ਮਾਰਚ ਤੱਕ, ਲੇਕਿਨ ਅਸੀਂ 31 ਜਨਵਰੀ ਤੱਕ ਆਪਣਾ ਟਾਰਗੇਟ ਪੂਰਾ ਕੀਤਾ ਹੈ। ਔਰ ਕੋਵਿਡ ਦੌਰਾਨ ਐਡਾ ਵੱਡਾ ਬਿਮਾਰੀ ਸੀ ਭਿਆਨਕ, ਤੇ ਅਸੀਂ ਉਸ ਸੈਂਟਰ ਸਰਕਾਰ ਦੀ ਮਦਦ ਨਾ ਹੋਣ ਦੇ ਬਾਵਜੂਦ ਅਸੀਂ ਲੋਕਾਂ ਤੱਕ ਹਰ ਚੀਜ਼ ਪਹੁੰਚਾਈ ਹੈ। ਜਿਹੜੀ ਕੋਵਿਡ ਕੇਅਰ ਕਿੱਟ ਸੀਗੀ ਤੁਹਾਡੇ ਸਾਹਮਣੇ ਕਿੰਨੀ ਕਾਮਯਾਬ ਹੋਈ ਹੈ, ਕਿਵੇਂ ਲੋਕਾਂ ਨੂੰ ਅਸੀਂ ਲੈਵਲ 1 ਲੈਵਲ 2 ਲੈਵਲ 3 ਦੀ ਫੈਸਿਲਿਟੀ ਦਿੱਤੀ ਹੈ। ਔਰ ਦੂਜੀ ਗੱਲ ਇਹ ਸੀ ਕਿ ਅਸੀਂ ਕਿਸੇ ਦੀ ਪੈਨਸ਼ਨ ਨਹੀਂ ਰੋਕੀ। ਔਰ ਤੁਸੀਂ ਸਾਰੇ ਇਸ ਗੱਲ ਦੇ ਗਵਾਹ ਜਿਹਨੇ ਸ਼ਹਿਰ ਵਾਲੇ ਕਿ ਰਾਸ਼ਨ ਨੂੰ ਕਿਸੇ ਬੰਦੇ ਨੂੰ ਭੁੱਖਾ ਨਹੀਂ ਦਿੱਤਾ। ਈਵਨ ਜਿੰਨੀਆਂ ਟ੍ਰੇਨਾਂ ਇੱਥੋਂ ਗਈਆਂ ਸਾਰਿਆਂ ਨੂੰ ਲੰਗਰ ਵੀ ਦਿੱਤਾ, ਤੇ ਫ੍ਰੀ ਆਫ ਕਾਸਟ ਵੀ ਕਿਰਾਇਆ ਵੀ ਅਸੀਂ ਪੇ ਕੀਤਾ, ਤਾਂ ਕਿ ਉਹਨਾਂ ਲੋਕਾਂ ਨੂੰ ਬਕਾਇਦਾ ਆਪਣੇ ਦੇਸ਼ ਜਾ ਸਕਣ, ਉੱਥੇ ਜਾ ਕੇ ਆਪਣੇ ਲੋਕਾਂ ਨੂੰ ਮਿਲ ਸਕਣ। ਔਰ ਅਸੀਂ ਹਰ ਹਰਬਾ ਵਰਤ ਕੇ ਲੋਕਾਂ ਦੀ ਸੇਵਾ ਕਰਨ ਦਾ ਉਪਰਾਲਾ ਕੀਤਾ। ਅਸੀਂ ਇੰਡਸਟਰੀ ਨੂੰ ਵੀ ਚਲਾਇਆ। ਔਰ ਸਭ ਤੋਂ ਪਹਿਲਾਂ ਲੋਕਡਾਊਨ ਵੀ ਸਾਡੇ ਸੀਐਮ ਸਾਹਿਬ ਨੇ ਕੀਤਾ ਸੀ, ਜਦੋਂ ਕਿ ਸਾਡੇ ਕੋਲੇ ਉਸ ਵੇਲੇ ਜਿਹੜੀ ਕਪੈਸਿਟੀ ਸੀ ਈਵਨ ਵਾਰਡ 'ਚ ਕਿਤੇ ਨਹੀਂ ਸੀ ਵੀ ਜਿਹੜੇ ਟੈਸਟਿੰਗ ਕਪੈਸਿਟੀ ਬਹੁਤ ਥੋੜ੍ਹੀ ਸੀ, ਉਹ ਵੀ ਪੁਣੇ ਹੁੰਦਾ ਸੀ। ਅੱਜ ਅਸੀਂ 34-35 ਹਜ਼ਾਰ ਟੈਸਟ ਕਰਦੇ ਸਮਰੱਥ ਹਾਂ, 34-35 ਹਜ਼ਾਰ ਸੈਂਪਲਿੰਗ ਕਰਦੇ ਸਮਰੱਥ ਹੈ। ਇਹ ਸਾਡੇ ਸੀਐਮ ਸਾਹਿਬ ਦੀ ਵਿਜ਼ਨ ਦੀ ਗੱਲ ਹੈ। ਸਰ ਟਰੈਕਟਰ ਰੈਲੀ ਨੂੰ ਲੈ ਕੇ ਤੁਹਾਡਾ ਕੀ ਪਲਾਨ ਹੈ? ਆਪਣੇ ਕੁਛ ਇੱਥੋਂ ਲੋਕ ਜਾ ਰਹੇ ਨੇ, ਤੁਸੀਂ ਉਹਨਾਂ ਦੀ ਸਪੋਰਟ ਕਰ ਰਹੇ ਹੋ, ਕਿਸ ਤਰ੍ਹਾਂ ਕੀ ਕਹਿਣਾ ਚਾਹੋਗੇ? ਦੇਖੋ ਕਿਸਾਨ ਅੰਦੋਲਨ ਨਹੀਂ ਰਿਹਾ, ਜਨ ਅੰਦੋਲਨ ਬਣ ਗਿਆ।
ਅੱਜ ਤੁਸੀਂ ਦੇਖਿਆ ਹੋਣਾ ਸ਼ਹਿਰ ਦੇ ਹਰ ਚੌਂਕ ਤੇ ਕੋਈ ਨਾ ਕੋਈ ਬੰਦਾ ਝੰਡੇ ਲੈ ਕੇ ਖੜਾ ਹੋਇਆ, ਚਾਹੇ ਉਹ ਚੰਡੀਗੜ੍ਹ ਹੋਵੇ, ਚਾਹੇ ਮੋਹਾਲੀ ਹੋਵੇ, ਚਾਹੇ ਹੋਵੇ, ਸਾਰਾ ਪੰਜਾਬ, ਸਾਡੀ ਸਾਰੀ ਪਾਰਟੀ, ਸਾਰੀ ਸਰਕਾਰ ਉਹਦੀ ਸਪੋਰਟ ਦੇ ਉੱਤੇ ਹੈ। ਥੈਂਕ ਯੂ ਸਰ, ਮਿਹਰਬਾਨੀ।